ਹੈਲੋ ਗਾਇਸ, ਆਈ ਐਮ ਨਵਜੋਤ ਕੌਰ। ਬੇਟਾ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਵॉल ਮੈਗਜ਼ੀਨ ਦੇ ਉੱਤੇ ਆਪਾਂ ਜਿਹੜਾ ਉਹਦੇ ਉੱਤੇ ਸਟੱਡੀ ਕਰਾਂਗੇ ਕਿ ਕੁਐਸਚਨਸ ਕੀ ਤੁਹਾਡਾ ਇਹਦੇ ਵਿੱਚ ਪੇਪਰ ਦੇ ਵਿੱਚ ਆ ਸਕਦਾ ਕਿ ਵॉल ਮੈਗਜ਼ੀਨ ਕਿਹਨੂੰ ਕਹਿੰਦੇ ਨੇ ਤੇ ਇਹਦੇ ਆਬਜੈਕਟਿਵਸ ਕੀ ਨੇ, ਇੰਪੋਰਟੈਂਸ ਕੀ ਹੈ ਜਾਂ ਇਹਦੀ ਕਿਉਂ ਜ਼ਰੂਰਤ ਪੈਂਦੀ ਹੈ ਸਕੂਲ ਲੈਵਲ ਦੇ ਉੱਤੇ। ਸਭ ਤੋਂ ਪਹਿਲਾਂ ਤੁਹਾਡਾ ਕੁਐਸਚਨ ਆਉਂਦਾ ਕਿ ਵॉल ਮੈਗਜ਼ੀਨ ਕਹਿੰਦੇ ਕਿਹਨੂੰ ਨੇ। ਵॉल ਮੈਗਜ਼ੀਨ ਦੇਖੋ ਪ੍ਰੋਵਾਈਡ ਸਕੋਪ ਫॉर ਰਾਈਟਿੰਗ ਇੰਡੀਪੈਂਡੈਂਟਲੀ, ਜਿਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਖੇਤਰ ਹੁੰਦਾ ਜਿੱਥੇ ਤੁਸੀਂ ਆਪਣੀ ਜੋ ਮਨ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਇੰਡੀਪੈਂਡੈਂਟਲੀ ਜਿਹੜਾ ਤੁਸੀਂ ਲਿਖ ਸਕਦੇ ਹੁੰਦੇ ਹੋ। ਦਿਸ ਮੈਗਜ਼ੀਨ ਸਰਵ ਐਜ਼ ਐਨ ਇੰਸਪੀਰੇਸ਼ਨ ਫॉर ਸਟੂਡੈਂਟ who have some idea and thoughts but do not have an opportunity to express। ਯਾਨੀ ਕਿ ਵॉल ਮੈਗਜ਼ੀਨ ਜਿਹੜਾ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੁੰਦਾ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਕਿ ਤੁਸੀਂ ਆਪਣੇ ਦੂਜਿਆਂ ਦੇ ਸਾਹਮਣੇ ਬੋਲ ਕੇ ਹੀ ਪ੍ਰਗਟ ਕਰ ਸਕਦੇ ਹੈਗੇ ਪਰ ਉਹਨਾਂ ਨੂੰ ਲਿਖ ਕੇ ਪ੍ਰਗਟ ਕਰ ਸਕਦੇ ਹੋ। ਇਸ ਤਰ੍ਹਾਂ ਦਾ ਇੱਕ ਤੁਹਾਨੂੰ ਪਲੇਟਫਾਰਮ ਦਿੰਦਾ ਹੈ ਵॉल ਮੈਗਜ਼ੀਨ ਜਿਹੜਾ। ਇਟ ਕ੍ਰੀਏਟ ਆਰਟਿਸਟ, ਪੋਇਟਸ ਐਂਡ ਰਾਈਟਰ, ਔਰ ਇੱਕ ਇਸ ਤਰ੍ਹਾਂ ਦੀ ਵੀ ਆਪਣੇ ਲਈ ਓਪਰਚੁਨਿਟੀ ਲੈ ਕੇ ਆਉਂਦਾ ਇੱਕ ਇਸ ਤਰ੍ਹਾਂ ਦੇ ਬੱਚਿਆਂ ਨੂੰ ਆਰਟਿਸਟ ਬਣਾਉਣ ਦਾ ਜਾਂ ਉਹਨਾਂ ਨੂੰ ਪੋਇਟਸ ਬਣਾਉਣ ਦਾ, ਰਾਈਟਰ ਬਣਾਉਣ ਦਾ ਜਿਹੜਾ ਇੱਕ ਆਪਾਂ ਨੂੰ ਮੌਕਾ ਦਿੰਦਾ ਹੈ। We can say that it is amazing ground where a student can take training for good writes or become a good poet, and we can say that also become a good artist। ਹੁਣ ਕੁਐਸਚਨ ਹੈ ਕਿ ਆਪਾਂ ਨੂੰ ਇਹਦੀ ਲੋੜ ਕਿਉਂ ਪੈਂਦੀ ਹੈ ਸਕੂਲ ਲੈਵਲ ਦੇ ਉੱਤੇ। ਦੇਖੋ ਟੂਡੇ ਜਿਹੜਾ ਇਨ ਦਾ ਏਜ ਐਵਰੀ ਬਿਗ ਸਕੂਲ ਹੈਜ਼ ਇਟਸ ਓਨ ਮੈਗਜ਼ੀਨ। ਕੋਈ ਵੀ ਵੱਡੇ ਤੋਂ ਵੱਡਾ ਜਿਹੜਾ ਸਕੂਲ ਹੁੰਦਾ ਹੈ ਉੱਥੇ ਮੈਗਜ਼ੀਨਸ ਹੁੰਦੇ ਨੇ, ਔਰ ਇਹ ਜਿਹੜੇ ਮੈਗਜ਼ੀਨਸ ਹੁੰਦੇ ਨੇ ਉਹੀ ਉਸ ਸਕੂਲ ਦੀ ਇੱਕ ਰੂਪ ਰੇਖਾ ਨੂੰ ਦਰਸਾਉਂਦੇ ਨੇ ਕਿ ਉਸ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਐਕਟੀਵਿਟੀ ਨੇ, ਕੀ ਉਹਨਾਂ ਦੀਆਂ ਅਚੀਵਮੈਂਟਸ ਨੇ, ਕੀ ਉਹਨਾਂ ਦੀਆਂ ਜਿਹੜੀਆਂ ਨੇ ਉਹਨਾਂ ਦਾ ਏਮਸ ਕੀ ਨੇ ਉਸ ਸਕੂਲ ਦੇ, ਕੀ ਆਬਜੈਕਟਿਵਸ ਨੇ। ਇਟ ਇਜ਼ ਫॉर्म्ड ਬਾय ਦ ਟੀਚਰ ਐਂਡ ਵਿਦ ਦ ਹੈਲਪ ਆਫ ਸਟੂਡੈਂਟ। ਔਰ ਇਹਦਾ ਜਿਹੜਾ ਆਪਾਂ ਕਹੀਏ ਕਿ ਜਿਹੜਾ ਨਿਰਮਾਣ ਹੈ ਜਾਂ ਇਹਨੂੰ ਬਣਾਇਆ ਜਾਂਦਾ ਹੈ ਉਹ ਸਿਰਫ ਉਹ ਇਕੱਲੇ ਸਟੂਡੈਂਟਸ ਦੇ ਉਹਨਾਂ ਦੇ ਵਿੱਚ ਰੋਲ ਹੀ ਨਹੀਂ ਹੁੰਦਾ ਬਲਕਿ ਟੀਚਰਸ ਦਾ ਵੀ ਉਹਨਾਂ ਦੇ ਵਿੱਚ ਪੂਰਾ ਰੋਲ ਹੁੰਦਾ ਹੈ। ਇਟ ਆਲਸੋ ਡਿਵੈਲਪ ਦ ਹੈਬਿਟ ਆਫ ਰਾਈਟਿੰਗ ਐਂਡ ਐਂਥੂਜ਼ੀਅਮ ਸਟੂਡੈਂਟ ਟੂ ਰਾਈਟ ਓਰੀਜਨਲ ਐਸੇ। ਹੁਣ ਇੱਥੇ ਕੀ ਹੈ ਦੇਖੋ ਜਿਹੜਾ ਵॉल ਮੈਗਜ਼ੀਨ ਹੁੰਦਾ ਹੈ ਉਹ ਬੱਚਿਆਂ ਦੇ ਅੰਦਰ ਜਿਹੜੀ ਲਿਖਤ ਕਲਾ ਹੈ, ਰਾਈਟਿੰਗ ਜਿਹੜੀ ਹੈਬਿਟਸ ਨੇ ਉਹਨਾਂ ਨੂੰ ਇਨਕਰੀਜ਼ ਕਰਦਾ ਹੈ। ਨਾਲ ਹੀ ਕਹਿੰਦਾ ਉਹ ਬੱਚਿਆਂ ਨੂੰ ਉਤਸ਼ਾਹਿਤ ਵੀ ਕਰਦੇ ਨੇ ਕਿ ਤੁਸੀਂ ਆਪਣੇ ਜਿਹੜੇ ਓਰੀਜਨਲ ਤੁਹਾਡੇ ਅੰਦਰ ਵਿਊਜ਼ ਨੇ ਉਹ ਓਰੀਜਨਲ ਐਸੇ ਦੇ ਫਾਰਮ ਦੇ ਵਿੱਚ ਤੁਸੀਂ ਉਹਨਾਂ ਨੂੰ ਲਿਖ ਸਕੋ। ਇਟ ਆਲਸੋ ਡਿਵੈਲਪ ਦਾ ਥਿੰਕਿੰਗ ਇਨ ਸਟੂਡੈਂਟ, ਤੇ ਤੁਹਾਡੀ ਜਿਹੜੀ ਥਿੰਕਿੰਗਸ ਪਾਵਰ ਹੈ ਉਹਨੂੰ ਵੀ ਡਿਵੈਲਪ ਕਰਨ ਦੇ ਵਿੱਚ ਵॉल ਮੈਗਜ਼ੀਨ ਜਿਹੜੇ ਨੇ ਹੈਲਪ ਕਰਦਾ ਹੈ। ਦੋ ਸਟੂਡੈਂਟ ਹੈਵ ਦਾ ਕੈਪੇਬਿਲਿਟੀ ਆਫ ਥਿੰਕਿੰਗ ਔਰ ਰਾਈਟਿੰਗ। ਜਿਹੜੇ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਅੰਦਰ ਸੋਚਣ ਦੀ ਜਿਹੜੀ ਸ਼ਮਤਾ ਬਹੁਤ ਜ਼ਿਆਦਾ ਵਧੀਆ ਹੈ ਜਾਂ ਲਿਖਣ ਦੀ ਸ਼ਮਤਾ ਜਿਹੜੀ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੁੰਦੀ ਹੈ, ਇਸ ਤਰ੍ਹਾਂ ਦੀ ਕੈਪੇਬਿਲਿਟੀ ਜਿਹੜੀ ਬੱਚਿਆਂ ਦੇ ਅੰਦਰ ਨੇ ਵॉल ਮੈਗਜ਼ੀਨ ਜਿਹੜੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਇੱਕ ਮੌਕਾ ਹੈ, ਇੱਕ ਓਪਰਚੁਨਿਟੀ ਜਿਹੜੀ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਨੇ ਕਿ ਉਹ ਆਪਣੀ ਓਪਰਚੁਨਿਟੀ ਜਿਹੜੀ ਹੈ ਸਾਰੇ ਸਕੂਲ ਦੇ ਸਾਹਮਣੇ, ਸੁਸਾਇਟੀ ਦੇ ਸਾਹਮਣੇ ਉਹ ਆਪਣੇ ਵਿਊਜ਼ ਨੂੰ ਰੱਖ ਸਕਣ। ਹੁਣ ਅੱਗੇ ਕੁਐਸਚਨ ਹੈ ਆਪਣਾ ਕਿ ਇਹਦੀ ਇੰਪੋਰਟੈਂਸ ਜਾਂ ਆਪਾਂ ਕਹਿ ਲਓ ਕਿ ਇਹਦੀ ਸਿਗਨੀਫੀਕੈਂਸ ਵੀ ਪੇਪਰ ਦੇ ਵਿੱਚ ਲਿਖਿਆ ਹੋ ਸਕਦਾ। ਤੁਸੀਂ ਕਨਫਿਊਜ਼ ਨਹੀਂ ਹੋਣਾ, ਸਿਗਨੀਫੀਕੈਂਸ ਹੋ ਗਈ ਜਾਂ ਇੰਪੋਰਟੈਂਸ ਹੋ ਗਈਆਂ ਜਾਂ ਮੈਰਿਟਸ ਹੋ ਗਈਆਂ, ਸੇਮ ਹੀ ਇਹਨਾਂ ਦਾ ਇੱਕੋ ਮੀਨਿੰਗ ਹੈ। ਇਹਦੀ ਮਹੱਤਤਾ ਕੀ ਹੈ? ਹੁਣ ਜਿਹੜੇ ਵॉल ਮੈਗਜ਼ੀਨ ਹੈ ਪਹਿਲਾਂ ਸਭ ਤੋਂ ਪਹਿਲਾਂ ਕਿ ਇਟ ਇਨਕਲੂਡ ਇਨ ਦਾ ਸਟੂਡੈਂਟ ਦਾ ਐਬਿਲਿਟੀ ਆਫ ਰਾਈਟ, ਕਿ ਉਹਨਾਂ ਦੇ ਅੰਦਰ ਜਿਹੜੀ ਲਿਖਣ ਦੀ ਯੋਗਤਾ ਹੈ ਬੱਚਿਆਂ ਦੇ ਅੰਦਰ ਉਹ ਪੈਦਾ ਕਰਦਾ ਹੈ। ਸੈਕਿੰਡ, ਦਾ ਟੀਚਰ ਕੈਨ ਸਪੋਰਟ ਟੈਲੈਂਟ ਸਟੂਡੈਂਟ ਐਂਡ ਗਿਵ them ਐਕਸਟਰਾ ਲੈਸਨ ਇਨ ਰਾਈਟਿੰਗ। ਹੁਣ ਜਿਹੜੇ ਟੀਚਰਸ ਨੇ ਉਹ ਵੀ ਇਸ ਤਰ੍ਹਾਂ ਦੇ ਜਿਹੜੇ ਟੈਲੈਂਟਡ ਜਿਹੜੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਐਬਿਲਿਟੀ ਆਫ ਰਾਈਟਿੰਗ ਹੁੰਦੀ ਹੈ ਉਹਨਾਂ ਨੂੰ ਐਕਸਟਰਾ ਲੈਸਨ ਜਿਹੜੇ ਨੇ ਇਸ ਤਰ੍ਹਾਂ ਵੀ ਉਹਨਾਂ ਦੇ ਸਿਲੇਬਸ ਤੋਂ ਹਟ ਕੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦੇ ਲੈਸਨ ਦਿੱਤੇ ਜਾਂਦੇ ਨੇ ਤਾਂ ਕਿ ਉਹਨਾਂ ਦੀ ਨੌਲੇਜ ਨੂੰ ਜਿਹੜਾ ਇਨਕਰੀਜ਼ ਕੀਤਾ ਜਾ ਸਕੇ। ਨੰਬਰ 3, ਸਟੂਡੈਂਟ ਫੀਲ ਇੰਜੋਏ ਥਰੂ ਰਾਈਟਿੰਗ। ਔਰ ਇਸ ਤਰ੍ਹਾਂ ਦਾ ਲੈਜ਼ਰ ਜਿਹੜਾ ਤੁਹਾਡਾ ਟਾਈਮ ਹੁੰਦਾ ਸਕੂਲ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਲੈਜ਼ਰ ਟਾਈਮ ਦੇ ਵਿੱਚ ਬੱਚਿਆਂ ਨੂੰ ਇਹ ਪ੍ਰੋਵਾਈਡ ਕਰਵਾਏ ਜਾਂਦੇ ਨੇ ਇਸ ਤਰ੍ਹਾਂ ਦੀ ਓਪਰਚੁਨਿਟੀ ਤਾਂ ਕਿ ਉਹ ਆਪਣੇ ਇਹਦੇ ਵਿੱਚ ਇੰਜੋਏ ਵੀ ਕਰ ਸਕਣ ਤੇ ਇਸ ਲੈਜ਼ਰ ਟਾਈਮ ਨੂੰ ਥਰੂ ਜਿਹੜਾ ਕੁਝ ਸਿੱਖਣ ਨੂੰ ਵੀ ਮਿਲੇ ਰਾਈਟਿੰਗ ਥਰੂ। और नंबर 4, टू डिवेलप एबिलिटी ऑफ राइटिंग स्किल एंड मैंटल एबिलिटी। और ਜਿਹੜੇ वॉल मैगजीन ਹੁੰਦੇ ਨੇ ਤੁਹਾਡੀ ਥਿੰਕਿੰਗ ਜਿਹੜੀ ਪਾਵਰ ਹੈ, ਐਬਿਲਿਟੀ ਆਫ ਥਿੰਕਿੰਗ ਹੈ, ਸੋਚਣ ਦੀ ਕਹਿ ਲਓ ਕਿ ਜਿਹੜੀ ਤੁਹਾਡੀਆਂ ਸ਼ਮਤਾ ਹੈ ਜਾਂ ਯੋਗਤਾਵਾਂ ਨੇ ਉਹਨਾਂ ਨੂੰ ਇਨਕਰੀਜ਼ ਕਰਦਾ ਹੈ, ਤੁਹਾਡੀ ਮੈਂਟਲ ਐਬਿਲਿਟੀ ਨੂੰ ਵੀ ਵਧਾਉਂਦਾ ਹੈ। ਇਟ ਇਨਕਰੇਜ ਦਾ ਸਟੂਡੈਂਟ ਟੂ ਕੈਰੀ देयर ओन ਸਟੱਡੀ ਐਂਡ ਐਕਸਟਰਾ ਕਰਿਕੂਲਰ ਵਿਦ ਗ੍ਰੇਟ ਜ਼ੀਲ। और देखो इतने एक कहने वाली गल है कि ये सिर्फ ये नहीं कि एक कंपलसरी हो जाता है या एक लैजर टाइम के ਵਿੱਚ ਤੁਹਾਨੂੰ ਇੱਕ ਓਪਰਚੁਨਿਟੀ ਦਿੱਤੀ ਜਾਂਦੀ ਹੈ। ਜੇ ਇਹਨੂੰ ਆਪਾਂ ਧਿਆਨ ਨਾਲ ਨੋਟਿਸ ਕਰੀਏ ਤਾਂ ਇੱਥੇ ਵੇਖੋ ਵੇਖਣ ਵਾਲੀ ਚੀਜ਼ ਹੈ ਕਿ ਜਿਹੜੇ ਵॉल ਮੈਗਜ਼ੀਨ ਹੁੰਦੇ ਨੇ ਇਹ ਕਿਸ ਤਰ੍ਹਾਂ ਦੀ ਐਕਸਟਰਾ ਕਰਿਕੂਲਰ ਹੁੰਦਾ ਹੈ ਜਿੱਥੇ ਬੱਚਿਆਂ ਦੇ ਅੰਦਰ ਮਤਲਬ ਉਹਨਾਂ ਦਾ ਲੇਜ਼ੀਪਨ ਨੂੰ ਦੂਰ ਕਰਕੇ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦੀ
ग्रेट झील पैदा की जाती है कि बच्चों के अंदर कुछ करने की जिहड़ी है जिज्ञासा पैदा होती है। नंबर 6 द आउटस्टैंडिंग परफॉर्मेंस बाय स्टूडेंट्स in academy, scientific, literary field and arts, sports find their way into the wall magazine। ਹੁਣ ਦੇਖੋ wall magazine ਤੁਸੀਂ ਸਕੂਲਾਂ ਦੇ ਵਿੱਚ ਤੁਸੀਂ ਪੜ੍ਹੇ ਹੋ, ਉਹਨਾਂ ਦੇ ਵਿੱਚ ਦੇਖਿਆ ਹੋਣਾ ਕਿ ਬੱਚੇ ਸਿਰਫ ਉਹੀ ਨਹੀਂ ਕਿ ਗੱਲ ਹੈ ਇੱਕ ਸਪੋਰਟਸ ਜਿਹੜਾ ਫੀਲਡ ਹੁੰਦਾ ਉਹਦੇ ਵਿੱਚ ਹੀ ਉਹਨਾਂ ਨੂੰ ਨੌਲੇਜ ਮਿਲਦੀ ਹੈ, ਬਲਕਿ ਉਹਨਾਂ ਤੋਂ ਹਟ ਕੇ ਵੀ ਜਿਹੜੇ ਹੋਰ ਸੈਕਟਰ ਹੁੰਦੇ ਨੇ, ਆਰਟਸ ਦਾ ਸੈਕਟਰ ਕਹਿ ਲਓ ਜਾਂ ਉਹਨਾਂ ਦਾ ਲਿਟਰੇਚਰ ਦਾ ਸੈਕਟਰ ਕਹਿ ਲਓ ਜਾਂ ਸਾਇੰਟੀਫਿਕ ਸੈਕਟਰ ਤੁਸੀਂ ਕਹਿ ਲਓ ਜਾਂ ਮੈਥ ਦਾ ਕਹਿ ਲਓ, ਤੁਸੀਂ ਇਹਨਾਂ ਸਾਰੇ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਦੇ ਕਰਨ ਦੇ ਅੰਦਰ ਜਿਹੜੀ ਇੱਛਾ ਹੁੰਦੀ ਹੈ ਕਿ ਹਾਂ ਅਸੀਂ ਉਹਦੇ ਵਿੱਚੋਂ ਕੁਛ ਮਟੀਰੀਅਲ ਲੈ ਕੇ ਆਈਏ, ਵਾਲ ਮੈਗਜ਼ੀਨ ਦੇ ਵਿੱਚ ਰੀਪ੍ਰਜੈਂਟ ਕਰੀਏ। ਤਾਂ ਇਸ ਤਰ੍ਹਾਂ ਜਿਹੜਾ ਹੁੰਦਾ ਉਹਨਾਂ ਨੂੰ ਸਾਰੇ ਸੈਕਟਰ ਦੀ ਜਿਹੜੀ ਉਹਨਾਂ ਨੂੰ ਨੌਲੇਜ ਮਿਲਦੀ ਜਾਂਦੀ ਹੈ। और 7th है the student also learn the value of cooperation and working together for the success of magazine। ਹੁਣ ਜਿਹੜੇ wall magazine ਹੁੰਦੇ ਨੇ ਦੇਖੋ ਇਹ ਸਕੂਲਾਂ ਦੇ ਵਿੱਚ ਇੱਕ ਹਾਊਸ ਬਣੇ ਹੁੰਦੇ ਨੇ, ਉਹ ਹਾਊਸ ਜਿਹੜੇ ਹੁੰਦੇ ਨੇ ਇਹ ਆਪਾਂ ਕਹਿ ਲਓ ਕਿ 5th ਕਲਾਸ ਤੋਂ ਸ਼ੁਰੂ ਹੋ ਜਾਂਦੇ ਨੇ, 5th ਕਲਾਸ ਤੋਂ ਲੈ ਕੇ 12th ਤੱਕ ਜਿਹੜੇ ਹਾਊਸ ਬਣੇ ਹੁੰਦੇ ਨੇ ਉਹਦੇ ਵਿੱਚ ਹਰੇਕ ਜਿਹੜੇ ਕਲਾਸ ਦੇ ਬੱਚੇ ਨੇ ਉਹਨਾਂ ਨੂੰ ਹਾਊਸ 4 ਜਾਂ 5 ਹਾਊਸ ਬਣੇ ਹੁੰਦੇ ਨੇ, ਉਹਨਾਂ ਦੇ ਵਿੱਚ ਡਿਵਾਈਡ ਕਰਕੇ ਬੱਚੇ ਫਿਰ ਜਦੋਂ ਉਹਨੂੰ ਮਿਲ ਕੇ ਆਪਣੇ ਹਾਊਸ ਦੇ ਲਈ ਕੁਝ ਕਰਦੇ ਨੇ, ਵਾਲ ਮੈਗਜ਼ੀਨ ਲਈ ਰਿਪਰੈਜ਼ੈਂਟ ਕਰਦੇ ਨੇ, ਤਾਂ ਉਹਨਾਂ ਦੇ ਅੰਦਰ ਜਿਹੜੀ ਇੱਕ ਕੋਆਪਰੇਸ਼ਨ ਦੀ ਜਿਹੜੀ ਫੀਲਿੰਗਸ ਹੈ ਉਹ ਕ੍ਰੀਏਟ ਹੁੰਦੇ ਨੇ, ਉਹ ਕੰਮ ਜਿਹੜਾ ਉਹਨਾਂ ਨੂੰ ਇਕੱਠਾ ਕਰਦੇ ਨੇ। ਉਸ ਤੋਂ ਬਾਅਦ ਨੰਬਰ 8 ਹੈ ਟੂ ਡਿਵੈਲਪ ਦਾ ਫੀਲਿੰਗ ਆਫ ਕੰਪੀਟੀਸ਼ਨ ਅਮੰਗ ਚਿਲਡਰਨ। ਔਰ ਦੂਜੇ ਜਿਹੜੇ ਹਾਊਸ ਨੇ ਦੇਖੋ ਉਹਨਾਂ ਦੇ ਪ੍ਰਤੀ ਵੀ ਉਹਨਾਂ ਦੇ ਕੀ ਹੈ ਬੱਚਿਆਂ ਦੇ ਵਿੱਚ ਇੱਕ ਕੰਪੀਟੀਸ਼ਨ ਦੀ ਫੀਲਿੰਗ ਆਉਂਦੀ ਹੈ। ਇਟ ਆਲਸੋ ਗਿਵ ਸੈਂਸ ਆਫ ਰਿਸਪੌਂਸਿਬਿਲਿਟੀ, ਤੋਂ ਆਪਣੀ ਦੇਖੋ ਇੱਕ ਰਿਸਪੌਂਸਿਬਿਲਿਟੀ ਸਮਝਦੇ ਨੇ ਕਿ ਹਾਂ ਸਾਡੇ ਹਾਊਸ ਦੀ ਹੁਣ ਜਿਹੜੀ ਨੈਕਸਟ ਟਰਨ ਹੈ ਤਾਂ ਉਹਨਾਂ ਦੇ ਲਈ ਮੈਂ ਆਪਣੇ ਹਾਊਸ ਦੇ ਲਈ ਕੁਛ ਨਾ ਕੁਛ ਰੀਪ੍ਰਜੈਂਟ ਕਰਨਾ ਇਸ ਵਾਰ, ਤਾਂ ਉਹਨਾਂ ਦੇ ਅੰਦਰ ਆਟੋਮੈਟਿਕਲੀ ਰਿਸਪੌਂਸਿਬਿਲਿਟੀ ਦੀ ਜਿਹੜੀ ਹੈ ਫੀਲਿੰਗਸ ਕ੍ਰੀਏਟ ਹੁੰਦੀਆਂ ਨੇ। ਨੰਬਰ 10 ਇਟ ਆਲਸੋ ਟੀਚ ਟੂ ਦਾ ਸਟੂਡੈਂਟ ਹਾਊ ਟੂ ਮੇਕ ਕੰਟੈਕਟ ਵਿਦ ਅਦਰਸ। ਦੇਖੋ ਨਾਲ ਹੀ ਇਹ ਜਿਹੜੇ ਨੇ ਜੇ ਨੌਲੇਜ ਕ੍ਰੀਏਟ ਕਰ ਰਹੇ ਨੇ, ਨਾਲ ਹੀ ਇਹ ਵਾਲ ਮੈਗਜ਼ੀਨ ਦੇ ਬੱਚੇ ਨੂੰ ਟੀਚ ਕਰ ਰਹੇ ਨੇ ਕਿ ਤੁਸੀਂ ਦੂਜਿਆਂ ਦੇ ਕੰਟੈਕਟ ਦੇ ਵਿੱਚ ਕਿਸ ਤਰ੍ਹਾਂ ਆਉਂਦੇ ਹੋ, ਠੀਕ ਹੈ। ਦੂਸਰਿਆਂ ਦੇ ਕੰਟੈਕਟ ਦੇ ਮੀਨਸ ਦੂਸਰੇ ਬੱਚਿਆਂ ਦਾ ਜੋ ਉਸ ਵਾਲ ਮੈਗਜ਼ੀਨ ਦੇ ਵਿੱਚ ਰੀਪ੍ਰਜੈਂਟ ਕੀਤਾ ਉਹਨਾਂ ਨੂੰ ਉਹ ਧਿਆਨ ਦੇ ਨਾਲ ਉਹ ਪੜ੍ਹਦੇ ਨੇ ਕਿ ਇਸ ਬੱਚੇ ਦੇ ਕੀ ਵਿਊਜ਼ ਨੇ, ਕੀ ਓਪੀਨੀਅਨ ਨੇ। ਫਿਰ ਉਸ ਤੋਂ ਬਾਅਦ ਨੰਬਰ 11 ਹੈ ਥਿੰਕਿੰਗ ਇਨਕਰੀਜ਼ ਦਾ ਰੀਜ਼ਨਿੰਗ ਪਾਵਰ ਆਫ ਦਾ ਸਟੂਡੈਂਟ। ਜਿਹੜੀ ਤੁਹਾਡੇ ਸੋਚਣ ਦੀ ਜਿਹੜੀ ਕਲਾ ਕਹਿ ਲਓ, ਸ਼ਮਤਾ ਕਹਿ ਲਓ, ਸਕਿੱਲ ਕਹਿ ਲਓ, ਕਿ ਉਹਨਾਂ ਨੂੰ ਹੋਰ ਵੀ ਜ਼ਿਆਦਾ ਡਿਵੈਲਪ ਕਰਨ ਦੇ ਵਿੱਚ ਵਾਲ ਮੈਗਜ਼ੀਨ ਜਿਹੜੀ ਹੈ ਹੈਲਪ ਕਰਦੇ ਹੈ। ਨੰਬਰ 12 ਫਿਊਚਰ ਆਰਟਿਸਟ, ਪੋਇਟਸ, ਨੋਵਲਿਸਟ ਐਂਡ ਰਾਈਟਰ ਕੈਨ ਬੀ ਬੂਮਡ ਥਰੂ ਦਾ ਸਕੂਲ ਐਕਸਪ੍ਰੈਸ਼ਨ। ਹੁਣ ਦੇਖੋ ਵਾਲ ਮੈਗਜ਼ੀਨ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੁੰਦਾ ਹੈ ਜਿੱਥੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦਾ ਪਲੇਟਫਾਰਮ ਮਿਲ ਜਾਂਦਾ ਹੈ, ਕਹਿ ਲਓ ਕਿ ਇੱਕ ਬੂਮਡ ਪੈਦਾ ਹੁੰਦਾ ਹੈ। ਬੂਮਡ ਮੀਨਸ ਤੁਸੀਂ ਕਹਿ ਸਕਦੇ ਹੋ ਕਿ ਫਿਊਚਰ ਇੱਕ ਭਵਿੱਖ ਦੇ ਜਿਹੜੇ ਨੇ ਆਰਟਿਸਟ ਵੀ ਹੋ ਸਕਦਾ ਸਕੂਲ ਲੈਵਲ ਤੇ, ਉਹਨਾਂ ਬਣਨ ਦੇ ਅੰਦਰ ਉਹਨਾਂ ਦੀ ਇੱਕ ਕੈਪੇਬਿਲਿਟੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਕੋਈ ਪੋਇਟਸ ਅੱਛੇ ਬਣਦੇ ਨੇ ਜਾਂ ਨੋਵਲਿਸਟ ਵੀ ਅੱਛੇ ਬਣਦੇ ਨੇ। ਇਹ ਜਿਹੜੀਆਂ ਸਾਰੀਆਂ ਜਿਹੜੇ ਇੱਕ ਕਿਸੇ ਵੀ ਅੱਛੇ ਪੋਇਟ, ਨੋਵਲਿਸਟ ਦੇ ਜੇ ਆਪਾਂ ਬੈਕਗਰਾਉਂਡ ਦੇਖੀਏ ਤਾਂ ਉਹਦੇ ਸਕੂਲ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਸਕੂਲਸ ਮੀਨ ਜਿੱਥੇ ਉਹ ਵਾਲ ਮੈਗਜ਼ੀਨ ਜਾਂ ਕਿਸੇ ਹੋਰ ਸਕੂਲ ਮੈਗਜ਼ੀਨ ਦੇ ਵਿੱਚ ਜਿਹੜੀ ਐਕਟੀਵਿਟੀ ਦੇ ਵਿੱਚ ਉਹ ਪਾਰਟਿਸਿਪੇਟ ਕਰਦਾ ਹੈ ਤਾਂ ਇਹ ਐਬਿਲਿਟੀ ਜਿਹੜੀ ਇੱਥੇ ਉਹਨਾਂ ਦੀ ਇਨਕਰੀਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਨੰਬਰ 13 ਨੋ ਡਾਊਟ ਸੋਸਾਇਟੀ ਵਿਲ ਗੈਟ ਗੁੱਡ ਰਾਈਟਰ ਇਨ ਫਿਊਚਰ ਥਰੂ ਮੈਗਜ਼ੀਨ। ਦੇਖੋ ਜੇ ਆਪਾਂ ਦੇਖੀਏ ਕਿ ਵੱਡੇ ਵੱਡੇ ਜਿਹੜੇ ਰਾਈਟਰ ਨੇ, ਕਵੀ ਨੇ, ਆਪਾਂ ਦੇਖੀਏ ਤਾਂ ਇਹ ਸਾਰੇ ਕਿੱਥੋਂ ਪੈਦਾ ਹੋਏ ਨੇ? ਓਬਵੀਅਸਲੀ ਇਹ ਆਪਾਂ ਨੂੰ ਕਿੱਥੋਂ ਮਿਲੇ ਨੇ? ਉਹਨਾਂ ਦੇ ਸਕੂਲ ਤੋਂ ਹੀ ਮਿਲੇ। ਸਕੂਲ ਹੀ ਜਿਹੜਾ ਹੁੰਦਾ ਇੱਕ ਇੰਜੀਨੀਅਰ, ਡਾਕਟਰ, ਪੋਇਟ ਹੈ ਜਾਂ ਲੇਖਕ ਹੈ, ਇਹ ਸਾਰੇ ਸਕੂਲ ਹੀ ਉਹਨਾਂ ਨੂੰ ਬਣਾਉਂਦਾ ਹੈ। ਨੰਬਰ 14 ਇਟ ਆਲਸੋ ਇਨਹਾਂਸ ਦਾ ਨੌਲੇਜ ਆਫ ਦਾ ਸਟੂਡੈਂਟ। ਜੇ ਉਹਨਾਂ ਦੇ ਅੰਦਰ ਇਹ ਸਾਰੀਆਂ ਐਬਿਲਿਟੀਆਂ ਆਉਂਦੀਆਂ ਨੇ ਤਾਂ ਨਾਲ ਹੀ ਜਿਹੜੇ ਦੂਸਰੇ ਬੱਚੇ ਨੇ ਉਹਨਾਂ ਦੀ ਨੌਲੇਜ ਨੂੰ ਵੀ ਇਨਹਾਂਸ ਕਰਦਾ, ਉਹਨਾਂ ਨੂੰ ਵਧਾਉਂਦਾ ਹੈ। ਤੇ ਇਹ ਹੋ ਗਏ ਤੁਹਾਡੇ ਵਾਲ ਮੈਗਜ਼ੀਨ ਦੇ ਸਿਗਨੀਫਿਕੈਂਸ ਨੇ। ਉਸ ਤੋਂ ਬਾਅਦ ਹੁਣ ਇਹ ਵਾਲ ਮੈਗਜ਼ੀਨ ਜਿਹੜੇ ਸਕੂਲ ਤੇ ਆਪਾਂ ਲਗਾਉਂਦੇ ਆਪਾਂ ਕਿਉਂ ਲਗਾਉਂਦੇ ਹਾਂ ਡਿਸਕਸ ਕੀਤਾ, ਉਹਦੀ ਇੰਪੋਰਟੈਂਸ, ਆਬਜੈਕਟਿਵਸ ਕੀ ਨੇ, ਉਦੇਸ਼ ਕੀ ਨੇ। ਹੁਣ ਇੱਕ ਦੇਖੋ ਇਹ ਕੰਪਲਸਰੀ ਜਿਹੜੇ ਇੱਕ ਪਾਰਟ ਬਣ ਚੁੱਕੇ ਸਕੂਲਾਂ ਦੇ ਵਿੱਚ ਵਾਲ ਮੈਗਜ਼ੀਨ ਜਿਹੜੇ ਹੁੰਦੇ ਨੇ। ਹੁਣ ਇਹਦੇ ਲਗਾਉਣ ਦੇ ਕੀ ਹੈ, ਦੇਖੋ ਇਹਨਾਂ ਦੇ ਥਰੂ ਮੈਂ ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਦਿਖਾਉਂਦੀ ਹਾਂ ਜਿਹਨੂੰ ਕਿ ਤੁਸੀਂ ਬਹੁਤ ਅੱਛੀ ਤਰ੍ਹਾਂ ਨਾਲ ਕਲੀਅਰ ਕਰਦੇ ਜਾਓਗੇ। ਹੁਣ ਆਪਾਂ ਗੱਲ ਕरें ਆਬਜੈਕਟਿਵਸ ਦੀ। देखो पहला है टू प्रोवाइड अपॉर्चुनिटी टू द स्टूडेंट for self expression
ਰਿਟਨ ਫਾਰਮ। ਦੇਖੋ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਸੀ ਕਿ ਇਹਦੀ ਇੰਪੋਰਟੈਂਸ ਹੁੰਦੀ ਹੈ, ਉਹੀ ਆਪਾਂ ਇੱਕ ਆਬਜੈਕਟਿਵ ਦੇ ਵਿੱਚ ਪੁਆਇੰਟ ਨਿਕਲ ਕੇ ਆਉਂਦਾ ਹੈ ਕਿ ਜਿਹੜਾ ਬੋਰਡ ਮੈਗਜ਼ੀਨ ਹੁੰਦਾ ਹੈ ਉਹਦਾ ਆਬਜੈਕਟਿਵ ਕੀ ਹੈ, ਕਿਉਂ ਲਗਾਇਆ ਜਾਂਦਾ ਹੈ। ਟੂ ਪ੍ਰੋਵਾਈਡ ਓਪਰਚੁਨਿਟੀ ਟੂ ਦਾ ਸਟੂਡੈਂਟ, ਇਹ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਓਪਰਚੁਨਿਟੀ, ਕਿਸ ਤਰ੍ਹਾਂ ਦਾ ਮੌਕਾ ਦਿੰਦਾ ਬੱਚਿਆਂ ਨੂੰ ਕਿ ਉਹ ਜਿਹੜੀ ਸੈਲਫ ਐਕਸਪ੍ਰੈਸ਼ਨ ਆ ਉਹਨਾਂ ਦੀ, ਖੁਦ ਉਹ ਜਿਹੜੇ ਨੇ ਆਪਣੇ ਆਪ ਨੂੰ ਰੀਪ੍ਰੈਜ਼ੈਂਟ ਕਰ ਸਕਣ, ਉਹ ਆਪਣੇ ਥਾਟਸ ਨੂੰ ਬਾਹਰ ਲੈ ਕੇ ਆਉਣ, ਸਾਰੇ ਸਾਹਮਣੇ ਰੱਖਣ ਤੇ ਉਹ ਕਿਸ ਫਾਰਮ ਦੇ ਵਿੱਚ ਰੱਖ ਸਕਦੇ ਨੇ। ਜੇ ਉਹਨਾਂ ਦੇ ਅੰਦਰ ਹੈਜ਼ਿਟੇਸ਼ਨ ਹੈ ਤਾਂ ਉਹ ਫਾਰਮ के लिए रिटन फॉर्म। सेकंड ऑब्जेक्टिव है टू डेवलप and cultivate in student the literary taste and students writing or reading habits। देखो सेकंड पॉइंट्स की अपन क्लियर कर रहे थे ऑब्जेक्टिव ऑब्जेक्टिव का कि बच्चियां के अंदर ਜਿਹੜੀਆਂ ਨੇ ਉਹ ਉਹਨਾਂ ਦੇ ਅੰਦਰ ਡਿਵੈਲਪ ਕਰਨੀਆਂ ਕੀ ਚੀਜ਼ਾਂ, ਕਿਸ ਤਰ੍ਹਾਂ ਦੀਆਂ ਹੈਬਿਟਸ ਉਹਨਾਂ ਦੇ ਅੰਦਰ ਡਿਵੈਲਪ ਕਰਨੀਆਂ ਨੇ। ਉਹਨਾਂ ਦਾ ਲਿਟਰੇਰੀ, ਜੇਕਰ ਉਹ ਨੋਵਲ ਦੇ ਬਾਰੇ, ਇਸ ਤਰ੍ਹਾਂ ਦੇ ਕੋਈ ਕਿਸੇ ਪਰਸਨ ਦੀ ਹਿਸਟਰੀ ਦੇ ਬਾਰੇ ਜਾਣਨਾ ਚਾਹੁੰਦੇ, ਯਾਨੀ ਕਿ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਲਿਟਰੇਰੀ ਟੇਸਟ ਉਸ ਬੱਚੇ ਦਾ, ਇਹ ਚੀਜ਼ਾਂ ਨੂੰ ਕ੍ਰੀਏਟ ਕਰਦਾ ਹੈ, ਉਹਨਾਂ ਨੂੰ ਡਿਵੈਲਪ ਕਰਦਾ ਹੈ। ਔਰ ਸੈਕਿੰਡ, ਜੇ ਕਿਸੇ ਬੱਚੇ ਦੇ ਅੰਦਰ ਜਿਹੜੀਆਂ ਰਾਈਟਿੰਗ ਸਕਿੱਲਸ ਬਹੁਤ ਵਧੀਆ ਨੇ ਤਾਂ ਉਹਨੂੰ ਰਾਈਟਿੰਗ ਸਕਿੱਲਸ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੇ ਲਈ, ਜਾਂ ਫਿਰ ਕਹਿ ਲਓ ਕਿ ਜਿਹੜੀਆਂ ਰੀਡਿੰਗ ਹੈਬਿਟਸ ਨੇ ਬੱਚਿਆਂ ਦੇ ਅੰਦਰ, ਇਹ ਤਿੰਨੋਂ ਜਿਹੜੀਆਂ ਨੇ ਉਹਨਾਂ ਦਾ ਆਪਣਾ ਲਿਟਰੇਰੀ ਟੇਸਟ ਹੋ ਗਿਆ ਜਾਂ ਰਾਈਟਿੰਗ ਹੈਬਿਟਸ ਹੋ ਗਈਆਂ, ਰੀਡਿੰਗ ਹੈਬਿਟਸ ਹੋ ਗਈਆਂ, ਤਿੰਨੋਂ ਜਿਹੜੀਆਂ ਹੈਬਿਟਸ ਨੇ ਉਹਨਾਂ ਨੂੰ ਡਿਵੈਲਪ ਕਰਨ ਦੇ ਵਿੱਚ ਜਿਹੜਾ ਵॉल ਮੈਗਜ਼ੀਨ ਉਹਦੀ ਹੈਲਪ ਕਰਦਾ ਹੈ। ਥਰਡ ਪੁਆਇੰਟ ਦੇਖੋ ਬੱਚੋ, ਆਪਾਂ डिस्कस कर रहे हैं टू एक्ट एज मीन्स ऑफ यूनिफाइंग आप कह सकते हैं कि एक रूप, सारे ਦੇ ਇੱਕ रूप ਦਾ ਹੋਣਾ ਸਕੂਲ। ਹੁਣ ਜਿਹੜਾ ਦੇਖੋ ਸਕੂਲ ਵॉल मैगजीन है, वॉल मैगजीन ਇਹ ਕਿਸ ਤਰ੍ਹਾਂ ਦਾ ਮੀਨਸ ਹੈ, ਕਿਸ ਤਰ੍ਹਾਂ ਦਾ ਸਾਧਨ ਹੈ ਜਿਹਦੇ ਵਿੱਚ ਸਾਰੇ ਬੱਚਿਆਂ ਨੂੰ ਤੁਸੀਂ ਇੱਕ ਫਾਰਮ, ਇੱਕ ਯੂਨੀਫਾਈ ਕਰ ਦਿੰਦੇ, ਇੱਕ ਰੂਪ ਦੇ ਵਿੱਚ ਤੁਸੀਂ ਉਹਨਾਂ ਨੂੰ रिप्रेजेंट करेंगे। फोर्थ पॉइंट देखो टू प्रोवाइड ट्रेनिंग, उन्होंने इस तरह की सिखलाई, ठीक है, कि इन्होंने बच्चों टू स्टूडेंट्स फॉर बेटर यूटिलाइजेशन फॉर देयर ਲੈਜ਼ਰ ਟਾਈਮ ਆਪਾਂ ਕਹਾਂਗੇ ਕਿ ਪਤਾ ਕਰ ਲੈਂਦਾ ਸਮਾਂ। ਹੁਣ ਇੱਥੇ ਜਿਹੜਾ ਦੇਖੋ ਵॉल ਮੈਗਜ਼ੀਨ ਕੀ ਹੈਲਪ ਕਰ ਰਹੇ, ਉਹਨਾਂ ਨੂੰ ਲੈਜ਼ਰ ਟਾਈਮ ਦੇ ਵਿੱਚ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੰਦਾ ਕਿ ਉਹ ਆਪਣੇ ਲੈਜ਼ਰ ਟਾਈਮ ਫਾਲਤੂ ਸਮੇਂ ਨੂੰ ਜਿਹੜਾ ਹੈ ਬੈਟਰ ਤਰੀਕੇ ਦੇ ਨਾਲ ਉਹ ਕੀ ਕਰ ਸਕਦੇ ਨੇ, ਯੂਟਿਲਾਈਜ਼ੇਸ਼ਨ ਕਰ ਰਹੇ ਨੇ। ਹੁਣ ਨੰਬਰ 5 ਦੇਖੋ ਆਪਾਂ ਡਿਸਕਸ ਕਰਾਂਗੇ ਟੂ ਡਿਵੈਲਪ ਡੁਐਲਿਟੀ रिगार्डिंग कर सकते हो, या तुसी अबाउट भी कह सकते हो द स्कूल। हुण जेहड़े वॉल मैगजीन देखो तुहाडे अंदर रियलिटी पैदा करदे ने जिहदे विच तुसी अपने स्कूल नूं जेहड़ा कि बेटर रिप्रेजेंट करना चाहते हो, ठीक है, उहदे प्रति तुसी ईमानदार बनदे हो, रियलिटी विच तुसी ईमानदार कह सकते हो। तुसी तुहाडे अंदर जेहड़ी वॉल मैगजीन है तुहाडे अंदर एक रियलिटी लैके आंदा है कि तुसी अपने स्कूल नूं जेहड़ा होर ज़्यादा दूसरिਆਂ ਦੇ ਸਾਹਮਣੇ ਜਿਹੜਾ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਪਰੈਜ਼ੈਂਟ ਕਰੋ ਕਿ ਸਾਡੇ ਸਕੂਲ ਦੀਆਂ ਜਿਹੜੀਆਂ ਨੇ ਕੀ ਅਚੀਵਮੈਂਟਸ ਨੇ, ਸਾਡਾ ਸਕੂਲ ਕਿਸ ਪਲੇਟਫਾਰਮ ਤੇ ਜਾਂ ਕਿਸ ਸਟੈਂਡਰਡ ਤੱਕ ਜਿਹੜਾ ਪਹੁੰਚ ਚੁੱਕਿਆ। ਹੁਣ ਨੈਕਸਟ 6 ਪੁਆਇੰਟ ਆਪਾਂ ਜਿਹੜਾ ਰਿਪਰੈਜ਼ੈਂਟ ਕਰਾਂਗੇ ਟੂ ਡਿਵੈਲਪ ਦ ਸਟੂਡੈਂਟ, ਟੂ ਡਿਵੈਲਪ ਦ ਸਟੂਡੈਂਟ ਸਟੈਂਡਰਡ। ਹੁਣ ਇਹ ਸਟੂਡੈਂਟ ਸਟੈਂਡਰਡ ਕੀ ਹੈ, ਤੁਹਾਡੀ अपनी जी परसनैलिटी है वॉल मैगजीन जो उन्होंने रिप्रेजेंट करवाने में हैल्प करता है। कई तो पहले भी डिस्कस किया इस तरह के स्टूडेंट होंगे ने बहुत शाई होंगे ने, हैजिटेशन होंगी, अपने व्यूज़ जोड़े ने
ਬਰਕ ਨਹੀਂ ਪਾ ਸਕਦੇ, ਪਰ ਉਹਨਾਂ ਦੀ ਜਿਹੜੀ ਥਿੰਕਿੰਗ ਪਾਵਰ ਹੁੰਦੀ ਹੈ ਬੜੀ ਅਮੇਜ਼ਿੰਗ ਹੁੰਦੀ ਹੈ, ਕਿ ਕਹਿ ਲਓ ਕਿ ਆਪਣੀ ਉਮਰ ਤੋਂ ਬਹੁਤ ਅੱਗੇ ਵੱਧ ਤੱਕ ਉਹ ਜਿਹੜੇ ਨੇ ਸੋਚਦੇ ਨੇ। ਤੇ ਇਸ ਤਰ੍ਹਾਂ ਦੇ ਜਿਹੜਾ ਵॉल मैगज़ीन ਹੁੰਦਾ ਹੈ, ਇਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜਾ ਉਹਨਾਂ ਦੀ ਪਰਸਨੈਲਿਟੀ ਨੂੰ, ਉਹਨਾਂ ਦੇ ਸਟੈਂਡਰਡ ਨੂੰ ਜਿਹੜਾ ਡਿਵੈਲਪ ਕਰਦਾ, ਹੋਰ ਵੀ ਜ਼ਿਆਦਾ ਉਹਨਾਂ ਨੂੰ ਅਪ ਕਰਦਾ ਹੈ। ਨੰਬਰ 7 ਆਪਾਂ ਡਿਸਕਸ ਕਰ ਰਹੇ ਹਾਂ, ਟੂ ਪ੍ਰੋਵਾਈਡ ਦ ਟ੍ਰੇਨਿੰਗ। ਦੇਖੋ ਇਹ ਪਹਿਲਾਂ ਵੀ ਆਪਾਂ ਕਾਮਨ ਦੀ ਸੀਗਾ ਪੁਆਇੰਟ, ਮੇਨ ਵੀ ਕਹਿ ਸਕਦੇ ਹਾਂ, ਟੂ ਪ੍ਰੋਵਾਈਡ ਬਿਕਮ ਇੱਕ ਉਹਨਾਂ ਨੂੰ ਇੱਕ ਅੱਛੇ ਜਿਹੜੇ ਨੇ ਕੀ ਪ੍ਰੋਵਾਈਡ ਕਰਵਾਉਂਦੇ ਨੇ, ਇੱਕ ਪੁਆਇੰਟ ਬਣਦੇ ਹੋ ਤੁਸੀਂ ਜਾਂ ਇੱਕ ਅੱਛੇ ਰਾਈਟਰ ਬਣਦੇ ਹੋ। ਇਹ ਸਾਰੀਆਂ ਜਿਹੜੀਆਂ ਓਪਰਚੁਨਿਟੀ ਨੇ ਇਹ ਕਿੱਥੇ ਮਿਲਦੀਆਂ ਨੇ ਆਪਾਂ ਨੂੰ, ਸਕੂਲ ਲੈਵਲ ਦੇ ਵਿੱਚ ਵॉल मैगज़ीन ਦੇ ਥਰੂ ਮਿਲਦੀਆਂ ਨੇ, ਜਿੱਥੇ ਬੱਚਿਆਂ ਦੀ ਜਿਹੜੀ ਸਕਿੱਲਸ ਨੇ ਰੀਡਿੰਗ ਦੀਆਂ ਕਹਿ ਲਓ ਜਾਂ ਰਾਈਟਿੰਗ ਦੀਆਂ ਕਹਿ ਲਓ, ਹੋਰ ਜ਼ਿਆਦਾ ਜਿਹੜੀਆਂ ਉਹਨਾਂ ਦੀਆਂ ਡਿਵੈਲਪ ਹੁੰਦੀਆਂ ਰਹਿੰਦੀਆਂ ਨੇ ਉਹ ਥਰੂ ਮੈਗਜ਼ੀਨ। ਇੱਕ ਸੁਸਾਇਟੀ ਨੂੰ ਜਿਹੜਾ ਇੱਕ ਚੰਗਾ ਕਵੀ, ਇੱਕ ਚੰਗਾ ਲੇਖਕ ਕਹਿ ਸਕਦੇ ਹੋ, ਚੰਗਾ ਆਰਟਿਸਟ ਕਹਿ ਸਕਦੇ ਹੋ। ਇਹ ਸਾਰੇ ਜਿਹੜੇ ਪਲੇਟਫਾਰਮ ਕਿੱਥੇ ਉਹਨੂੰ ਮਿਲਣਗੇ, ਉਹਦੇ ਸਕੂਲ 'ਚ ਮਿਲਣਗੇ, ਔਰ ਪਰ ਥਰੂ ਕਿਸ ਤੇ ਮਿਲਦੇ ਨੇ, ਵॉल मैगज़ीन ਦੇ। ਹੁਣ ਲਾਸਟ ਦੇਖੋ ਆਪਣਾ ਪੁਆਇੰਟ ਹੈ ਕਿ ਮੈਗਜ਼ੀਨ ਜਿਹੜੇ ਹੁੰਦੇ ਨੇ ਇੱਕ ਕ੍ਰੋਨਿਕਲ ਨੇ। ਕ੍ਰੋਨਿਕਲ ਤੁਸੀਂ ਕੀ ਕਹਿ ਸਕਦੇ ਹੋ, ਕ੍ਰੋਨਿਕਲ, ਕ੍ਰੋਨਿਕਲਸ ਮੀਨਸ ਹੁੰਦਾ ਕਿ ਉਸ ਸਕੂਲ ਦੀ ਸਾਰੀ ਜਿਹੜੀ ਰੂਪਰੇਖਾ ਹੈ, ਰੂਪਰੇਖਾ ਮਤਲਬ ਉਸ ਸਕੂਲ ਦੇ ਬੱਚਿਆਂ ਦੀ ਜਿਹੜੀ ਹੈ ਕਿ ਆਪਾਂ ਕਹਿ ਲਓ ਕਿ ਉਹਨਾਂ ਦੀ ਪੋਜੀਸ਼ਨਸ ਜਿਹੜੀਆਂ ਨੇ ਕਿਸ ਲੈਵਲ ਦੇ ਵਿੱਚ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ, ਉਹਨਾਂ ਦੇ ਉਸ ਸਾਲ ਦੇ ਵਿੱਚ ਕੀ ਅਚੀਵਮੈਂਟਸ ਨੇ, ਜਾਂ ਕੋ ਕਰਿਕੂਲਰ ਐਕਟੀਵਿਟੀ ਨੇ ਉਹਨਾਂ ਦੇ ਵਿੱਚੋਂ ਕਿੱਥੇ ਤੱਕ ਉਹ ਸਕੂਲ ਪਹੁੰਚ ਚੁੱਕੇ ਹੈ, ਜਾਂ ਜਿਹੜੇ ਟੀਚਰਸ ਨੇ ਉਹਨਾਂ ਦੇ ਕਿੰਨੇ ਕੁ ਕੁਆਲੀਫਾਈ ਰੱਖੇ ਗਏ ਨੇ ਉਸ ਸੁਸਾਇਟੀ ਦੇ ਵਿੱਚ, ਉਸ ਏਰੀਏ ਦੇ ਵਿੱਚ ਕਹਿ ਲਓ, ਜਾਂ ਉਸ ਜਿਹੜਾ ਡਿਸਟ੍ਰਿਕਟ ਜਾਂ ਨੈਸ਼ਨਲ ਲੈਵਲ ਤੱਕ ਵੀ ਕਹਿ ਲਓ ਕਿ ਉਹ ਸਕੂਲ ਜਿਹੜੇ ਕਿਸ ਮਤਲਬ ਸਟੈਂਡਰਡ ਲੈਵਲ ਤੱਕ ਪਹੁੰਚ ਚੁੱਕੇ ਹੈ। ਜਿਹੜਾ ਵॉल मैगज़ीन ਹੈ, ਉਹ ਵॉल मैगज़ीन ਜਿਹੜਾ ਹੈ ਇੱਕ ਕ੍ਰੋਨਿਕਲ ਸ਼ੇਪ ਦਿੰਦਾ ਹੈ ਉਸ ਸਾਰੇ ਸਕੂਲ ਨੂੰ। ਹੁਣ ਇਹ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਜਿਹੜਾ ਅੱਜ ਮੈਂ ਤੁਹਾਨੂੰ ਟੌਪਿਕ ਸਮਝਾਇਆ ਵॉल मैगज़ीन ਜਿਹੜਾ, ਜੋ ਵॉल मैगज़ीन ਕੀ ਹੈ, ਜਿਹਦੇ ਵਿੱਚ ਇੱਕ ਤੁਹਾਡੀਆਂ ਥਿੰਕਿੰਗਸ ਜਿਹੜੀਆਂ ਨੇ, ਰਾਈਟਿੰਗ ਸਕਿੱਲਸ ਜਿਹੜੀਆਂ ਨੇ ਉਹ ਤੁਹਾਡੀਆਂ ਨੇ ਡਿਵੈਲਪ ਹੁੰਦੀਆਂ ਨੇ।